ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ। ਮੈਂ ਮਨਪ੍ਰੀਤ ਸਿੰਘ ਆਜ਼ਾਦ। ਪੰਜਾਬ ਦੇ ਵਿੱਚ ਜਿੱਥੇ ਤੁਸੀਂ ਦੇਖਦੇ ਹੋ ਕਿ ਬੇਅਦਬੀਆਂ ਦਾ ਦੌਰ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ, ਭਾਵੇਂ ਕਿ ਕੋਈ ਵੀ ਸਰਕਾਰ ਹੋਵੇ, ਹਰ ਸਰਕਾਰ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ, ਅਕਾਲੀ ਦਲ ਤੋਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਆਈ, ਇਸ ਸਰਕਾਰ ਦੇ ਵਿੱਚ ਵੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਉਹ ਆਮ ਹੀ ਦੇਖਣ ਨੂੰ ਸਾਨੂੰ ਮਿਲਦੀਆਂ ਹਨ। ਜਿਹੜੀ ਕਿ ਇੱਕ ਕਿਸੇ ਸ਼ਖਸ ਵੱਲੋਂ ਬੇਅਦਬੀ ਕੀਤੀ ਜਾਂਦੀ ਜਾਂ ਉਹ ਪਲਾਨ ਕੀਤਾ ਜਾਂਦਾ, ਕਿਵੇਂ ਵੀ ਇੱਕ ਬੇਅਦਬੀ ਹੋਰ ਜਿਹੜੀ ਕਿ ਸਾਹਮਣੇ ਨਜ਼ਰ ਆਉਂਦੀ ਹੈ ਕਿ ਜਦੋਂ ਸਤਿਕਾਰ ਕਮੇਟੀ ਦੇ ਸਿੰਘ ਘਰਾਂ ਦੇ ਵਿੱਚ ਜਾਂਦੇ ਆ ਤੇ ਘਰਾਂ ਦੇ ਵਿੱਚ ਵੀ ਜਿਹੜੀ ਮਰਿਆਦਾ ਉਹ ਬਹਾਲ ਨਜ਼ਰ ਨਹੀਂ ਆਉਂਦੀ। ਬਹੁਤ ਸਾਰੀਆਂ ਗੱਲਾਂ ਕਰਨ ਵਾਸਤੇ ਸਾਡੇ ਨਾਲ ਜੁੜੇ ਹਨ ਭਾਈ ਬਲਬੀਰ ਸਿੰਘ ਜੀ, ਮੁੱਛਲ ਸਤਿਕਾਰ ਕਮੇਟੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਦੋਂ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ, ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਉਹ ਵਾਪਰਦੀਆਂ, ਕਿਹੋ ਜਿਹਾ ਤੁਹਾਨੂੰ ਦੇਖਣ ਨੂੰ ਮਿਲਦਾ ਘਰਾਂ ਦੇ ਵਿੱਚ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਘਰ ਸੁਭਾਇਮਾਨ ਕੀਤੇ? ਮੈਨੂੰ ਆ ਛੋਟੀ ਉਮਰੇ ਕੋਈ ਸਤਿਗੁਰਾਂ ਨੇ ਤਰਸ ਕਰਕੇ ਸੇਵਾ ਬਖਸ਼ੀ ਹੈ। ਜਿਹੜੀਆਂ ਘਟਨਾਵਾਂ ਨੇ ਲੰਮੇ ਸਮੇਂ ਤੋਂ ਲੋਕ ਘਰ ਗੁਰੂ ਗ੍ਰੰਥ ਸਾਹਿਬ ਨੂੰ, ਜਦੋਂ ਘਰ ਕੋਈ ਪ੍ਰਾਹੁਣਾ ਆ ਜਾਏ ਤੇ ਘਰ ਆਏ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਬਣਦੀ ਹੈ ਕਿ ਘਰ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਯਾਨੀ ਕਿ ਬੇਅਦਬੀ ਕਰਨੀ, ਗੁਰੂ ਸਾਹਿਬ ਜੀ ਦੇ ਘੱਟਾ ਮਿੱਟੀ ਭਾਵ ਸੇਵਾ ਸੰਭਾਲ ਮਰਜ਼ਾਦਾ 'ਚ ਨਹੀਂ ਕਰਨੀ, ਸੋਖਾ ਸਨੀ ਮੀਟ ਸ਼ਰਾਬ ਦੇ ਘਰਾਂ ਵਿੱਚ TV ਚੱਲਣੇ, ਇਹ ਜਿੰਨੇ ਵੀ ਕਿਤੇ ਵੀ ਅਸੀਂ ਸਾਨੂੰ ਬਹੁਤ ਕਾਰਵਾਈਆਂ ਲਿਖਤੀ ਰਿਟਰਨ ਦੇ ਰਹੇ ਨੇ ਲੋਕ ਕਿ ਅੰਮ੍ਰਿਤਸਰ ਦੇ ਵਿੱਚ ਵੀ ਬਹੁਤ ਇੱਦਾਂ ਦੀਆਂ ਜਗ੍ਹਾ ਨੇ, ਇੱਦਾਂ ਦੀਆਂ ਕੋਠੀਆਂ ਨੇ ਜਿਨ੍ਹਾਂ ਦੀਆਂ ਕੋਠੀਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਜ਼ਰੂਰ ਨੇ, ਸ਼ਰਾਬ ਉਹਨਾਂ ਘਰ ਚੱਲਦੀ, ਮੀਟ ਉਹਨਾਂ ਘਰ ਚੱਲਦਾ, TV ਉਹਨਾਂ ਘਰ ਚੱਲਦੇ ਨੇ, ਭਾਵ ਕਿ ਕੋਈ ਮਰਜ਼ਾਦਾ ਨਹੀਂ। ਅੰਮ੍ਰਿਤ ਵੇਲੇ ਪ੍ਰਕਾਸ਼ ਕਰਨ ਵਾਲਾ ਵੀ ਸਿੱਖੀ ਤੋਂ ਪਤਿਤ ਹੈ। ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਉਹ ਲੋਕ ਬਾਹਰਲੇ ਦੇਸ਼ਾਂ ਤੋਂ ਨਹੀਂ ਲੈ ਕੇ ਆਏ, ਇਹ ਸ਼੍ਰੋਮਣੀ ਕਮੇਟੀ ਵੱਲੋਂ ਹੀ ਪ੍ਰਕਾਸ਼ਿਸ਼ ਹੋਏ ਨੇ। ਭਾਵ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਚੱਲਦਾ ਹੈ ਕਿ ਜੇ ਕਿਸੇ ਲੀਡਰ ਦਾ ਫੋਨ ਆ ਗਿਆ ਕਿ ਇਹਨਾਂ ਨੂੰ ਇੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਓ, ਕਿਉਂਕਿ ਪਿਛਲੀ ਦਿਨੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ 2 ਲੈ ਕੇ ਆਏ ਜਿਹੜੇ ਅਮਾਨਤਸਰ ਗੁਰਦੁਆਰਾ ਸਾਹਿਬ ਵਿਖੇ ਉਹ ਸੁਭਾਇਮਾਨ ਕੀਤੇ ਨੇ। ਮੇਰੇ ਹਿਸਾਬ ਨਾਲ ਉਹ ਧੰਨ ਗੁਰੂ ਗ੍ਰੰਥ ਸਾਹਿਬ ਦੇ 19 ਦੇ ਵਿੱਚ ਪ੍ਰਕਾਸ਼ਿਸ਼ ਹੋਏ ਸਨ। ਉਹ ਇੱਕ ਡੇਰਾ ਸੀ, ਪ੍ਰਚਾਰਕ ਨੇ ਪੜਤਾਲ ਕੀਤੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਯੋਗ ਜਗ੍ਹਾ ਨਹੀਂ, ਭਾਵ ਕਿ ਇੱਥੇ ਇੱਕ ਮਨਮਾਤਾ ਹੈ, ਇੱਥੇ ਕੋਈ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਹੈ। ਉਹ ਡੇਰਾ ਵੀ ਕਿਸੇ ਯਾਨੀ ਕਿ ਪਖੰਡੀ ਦਾ ਸੀ ਤੇ ਅਸੀਂ ਜਦੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਗਏ, 2 ਧੰਨ ਗੁਰੂ ਗ੍ਰੰਥ ਸਾਹਿਬ ਜੀ ਸਨ, ਉਹ ਸ਼੍ਰੋਮਣੀ ਕਮੇਟੀ ਵੱਲੋਂ ਹੀ ਪ੍ਰਕਾਸ਼ਿਸ਼ ਹੋਏ ਸਨ। ਤੇ ਅਸੀਂ ਪੁੱਛਿਆ ਕਿ ਇੱਥੇ ਤੇ ਮਨਮਾਤਾ ਤੇ ਪ੍ਰਚਾਰਕ ਨੇ ਤੇ ਪੜਤਾਲ ਕੀਤੀ, ਕਹਿੰਦਾ ਉਹ ਕਰਕੇ ਤੇ ਗਿਆ ਸੀ, ਉਹਨੇ ਮਨਾ ਕਰ ਦਿੱਤਾ ਸੀ। ਤੇ ਅਸੀਂ ਫਿਰ ਕਿਵੇਂ ਲੈ ਕੇ ਆਏ? ਉਹ ਕਹਿੰਦੇ ਸਾਡਾ ਮੇਨ ਡੇਰਾ ਵਾ ਹਰਿਦੁਆਰ ਦੇ ਵਿੱਚ। ਹਰਿਦੁਆਰ ਦੇ ਵਿੱਚ ਅਸੀਂ ਫਿਰ ਹਰਿਦੁਆਰ ਜਿਹੜਾ ਮੇਨ ਉੱਥੋਂ ਦੇ ਸਾਡੇ ਪ੍ਰਬੰਧਕ ਨੇ, ਸੰਚਾਲਕ ਨੇ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਇੱਥੇ ਕੋਈ ਹੈਡ ਗ੍ਰੰਥੀ ਜਗਤਾਰ ਸਿੰਘ, ਹੁਣ ਪਤਾ ਨਹੀਂ ਕਿਹੜੇ ਆ, ਇੱਕ ਤੇ ਮੇਰੇ ਹਿਸਾਬ ਨਾਲ ਸੇਵਾ ਤੋਂ ਮੁਕਤ ਹੋ ਗਏ ਨੇ, ਪਤਾ ਨਹੀਂ, ਉਹਨਾਂ ਨਾਲ ਗੱਲ ਕੀਤੀ ਫੋਨ ਦੇ ਉੱਤੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਆ ਜਾਓ ਤੁਸੀਂ। ਆਂਦਾ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ, ਅਸੀਂ ਇੱਥੋਂ ਗੱਡੀ ਲੈ ਕੇ ਗਏ ਤੇ ਉਹਨਾਂ ਨੇ 2 ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਦੇ ਦਿੱਤੇ। ਭਾਵ ਕਿ ਸ਼੍ਰੋਮਣੀ ਕਮੇਟੀ ਹੀ ਵਿੱਚ ਕੀ ਹੋ ਰਿਹਾ ਹੈ ਕਿ ਜਿਵੇਂ ਬਾਦ ਸਿੰਘ ਵੀ ਇੱਕ ਸਿਆਸੀ ਬੰਦਿਆਂ ਦਾ ਇੱਕ ਨੁਮਾਇੰਦਾ ਹੈ, ਉਹ ਜਮਾਤ ਦਾ ਨੁਮਾਇੰਦਾ ਹੈ, ਕਿਉਂਕਿ ਇਹ ਜਿਹੜਾ ਅੱਜ ਕਈ ਲੋਕ ਜਿਹੜੇ ਨੌਕਰੀਆਂ ਕਰ ਰਹੇ ਨੇ ਉਹ ਸਿਆਸੀ ਲੋਕਾਂ ਦੀ ਸ਼ਹਿ ਦੇ ਨਾਲ ਕਰ ਰਹੇ ਨੇ। ਇੱਕ ਸ਼੍ਰੀ ਹਰਗੋਬਿੰਦਪੁਰ ਵਿਖੇ ਵੀ ਕੱਲ੍ਹ ਗੁਟਕਾ ਸਾਹਿਬ ਦੀ ਬੇਅਦਬੀ, ਉਹ ਕੀ ਵਾਕਿਆ ਸੀ? ਵੇਖੋ ਜੀ, ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਦੇ ਵਿੱਚ ਇੱਕ ਕਰਮ ਦੇ ਨਾਂ ਦੇ ਵਿਅਕਤੀ ਜਿਹੜਾ ਵਾ ਹੈ, ਉਹ ਕੋਈ ਹੋਰ ਪਤਾ ਨਹੀਂ ਹਿੰਦੂ ਧਰਮ ਦੇ ਨਾਲ ਸੰਬੰਧ ਸੀ, ਉਹਨੇ ਬਾਣਾ ਤੇ ਪਾਇਆ ਸੀ। ਪਰ ਉਹ ਪਤਾ ਲੱਗਾ, ਉਹਦੇ ਦੱਸਣ ਦੇ ਮੁਤਾਬਕ ਵੀਡੀਓ ਰਿਕਾਰਡਿੰਗ ਕੀਤੀ ਆ, ਉਹ ਦੱਸਦਾ ਆਪ ਸਮੈਕ ਉਹ ਪੀਂਦਾ ਹੈ, ਸ਼ਰਾਬ ਉਹ ਪੀਂਦਾ ਹੈ, ਭੁੱਕੀ ਉਹ ਖਾਂਦਾ, ਫੀਮ ਉਹ ਖਾਂਦਾ ਹੈ, ਭਾਵ ਕਿ ਉਹ ਲੇੜਿਆ ਰਹਿੰਦਾ ਸੀ। ਸ਼ਹਿਰ ਦੇ ਲੋਕ ਬਹੁਤ ਉਹ ਤੋਂ ਡਰਦੇ ਸਨ। 3 ਫੁੱਟੀ ਕਿਰਪਾਨ ਰੱਖਦਾ ਸੀ। ਉਹਨੇ ਇੱਕ ਕਬਜ਼ੇ ਦੀ ਨੀਅਤ ਨਾਲ ਸਰਕਾਰੀ ਜਗ੍ਹਾ ਦੇ ਉੱਪਰ ਖੋਖਾ ਬਣਾਇਆ, ਅਸੀਂ ਕੱਚੀਆਂ ਇੱਟਾਂ ਲਾ ਕੇ, ਤੇ ਅੰਦਰ 2 ਗੁਟਕੇ ਸਾਹਿਬ ਰੱਖੇ ਸਨ। ਉਹਨੇ ਆ ਪਿਛਲੀ ਦਿਨੀ ਜਿਹੜਾ ਦਿਨ ਲੰਘ ਗਿਆ ਹੈ, ਉਹਨੇ ਕੀ ਕੀਤਾ ਕਿ ਗੁਟਕੇ ਸਾਹਿਬ ਆਪ ਹੀ ਪਾੜ ਕੇ ਤੇ 3 ਨੌਜਵਾਨ ਜਿਹੜੇ ਗਰਾਊਂਡ ਵਿੱਚ ਦੌੜ ਲਾਉਣ ਆਉਂਦੇ ਸਨ, ਉਹਨਾਂ ਦੇ ਕੋਈ ਰਿਸ਼ਤੇਦਾਰ ਸੀ, ਕਿ ਪਾੜ ਕੇ ਤੇ ਕਹਿਤਾ 6ਵੇਂ ਪਾਤਸ਼ਾਹ ਸਥਾਨ ਤੇ ਦਮਦਮਾ ਸਾਹਿਬ ਜਾ ਕੇ ਸੇਵਾਦਾਰਾਂ ਨੂੰ ਕਿ ਉਹ 2-3 ਜਣੇ ਆਏ ਸਨ, ਮੇਰੇ ਗਲ ਪਏ ਤੇ ਉਹਨਾਂ ਨੇ ਗੁਟਕਾ ਸਾਹਿਬਾਂ ਦੀ ਬੇਅਦਬੀ ਕਰਤੀ ਹੈ। ਸਾਨੂੰ ਪਤਾ ਲੱਗਾ, ਹੋਰ ਜਥੇਬੰਦੀਆਂ ਨੂੰ ਪਤਾ ਲੱਗਾ, ਅਸੀਂ ਉੱਥੇ ਪਹੁੰਚੇ। ਜਦੋਂ ਉਹਨੂੰ ਉੱਥੇ ਸੋਧਾ ਲਾਇਆ ਗਿਆ, ਮੁੱਦੇ ਮਾਰ ਕੇ ਡਾਂਗ ਵੀ ਫੇਰੀ, ਤੇ ਉਹ ਪਹਿਲਾਂ ਤੇ ਬਕਿਆ ਨਹੀਂ, ਨਸ਼ਾ ਉਹਨੇ ਇੰਨਾ ਕੀਤਾ ਹੋਇਆ ਸੀ।
ਫਿਰ ਪ੍ਰਸ਼ਾਸਨ ਦੇ ਹਵਾਲੇ ਕੀਤਾ। ਪ੍ਰਸ਼ਾਸਨ ਨੇ ਫਿਰ ਆਪਣਾ ਪੂਰਾ ਬਣਦਾ ਫਰਜ਼ ਨਿਭਾਇਆ। ਫਿਰ ਉਹ ਬਕਿਆ ਕਿ ਹਾਂ ਇਹ ਮੈਂ ਆਪ ਖੁਦ ਬੇਅਦਬੀ ਕੀਤੀ ਹੈ। ਭਾਵ ਕਿ ਕਈ ਜਦੋਂ ਅਸੀਂ ਬੇਅਦਬੀ ਵਾਲੀ ਗੱਲ ਸੰਗਤ ਦੇ ਵਿੱਚ ਲਿਆਉਂਦੇ ਆ ਤੇ ਕਈ ਸਾਡੇ ਤੇ ਮਾੜੇ ਕਮੈਂਟ ਵੀ ਕਰਦੇ ਨੇ। ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਨਾਲ ਵਿਚਰ ਕੇ ਤਾਂ ਵੇਖੋ, ਸਾਡੇ ਨਾਲ ਤੁਰ ਕੇ ਤਾਂ ਵੇਖੋ। ਅਸੀਂ ਤੇ ਘਰ ਵੀ ਮੇਰੇ ਹਿਸਾਬ ਨਾਲ ਮਹੀਨੇ 'ਚ ਸਿਰਫ 15 ਕੁ ਦਿਨ ਬਹਿੰਦੇ ਆ। ਬਾਹਲੀ ਦੇ ਆਜ਼ਾਦੀ ਸਤਿਗੁਰ ਦੀ ਸੇਵਾ 'ਚ ਹਾਜ਼ਰ ਰਹੀਦਾ। ਅਸੀਂ ਸਾਰੇ ਕਿਰਤੀ ਸਿੱਖ ਵਾਂ ਤੇ ਇਸ ਕਰਕੇ ਬੇਨਤੀ ਹੈ ਕਿ ਇਹ ਜਿਹੜੀਆਂ ਬੇਅਦਬੀਆਂ ਜਿਹੜੇ ਗੁਟਕੇ ਸਾਹਿਬ ਆ ਇਹ ਇੰਨੇ ਛਾਪ ਰਹੇ ਨੇ ਕਿ ਜੀਵਨ ਸਿੰਘ ਚਤਰ ਸਿੰਘ ਵਰਗੇ ਜਿਹੜੀਆਂ ਬੇਅਦਬੀਆਂ ਕਰ ਸਕਦੇ ਨੇ ਉਹਨਾਂ ਦੋਸ਼ੀਆਂ ਦੇ ਉੱਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸ਼੍ਰੋਮਣੀ ਕਮੇਟੀ ਵੱਲੋਂ। ਨਾ ਗੱਲ ਕਰੀਏ ਕਿ ਜਿਹੜੀਆਂ ਇਹ ਸੇਵਾਵਾਂ ਤੁਸੀਂ ਕਰਦੇ ਹੋ ਘਰਾਂ ਦੇ ਵਿੱਚ ਜਾ ਕੇ, ਪਿੰਡਾਂ 'ਚ, ਸ਼ਹਿਰਾਂ 'ਚ, ਲੱਗਦਾ ਨਹੀਂ ਕਿ ਇਹ ਮੁੱਢਲਾ ਫਰਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ? ਜੀ ਫਰਜ਼ ਤੇ ਉਹਨਾਂ ਦੇ ਸਨ, ਉਹ ਹਰ ਇੱਕ ਫਰਜ਼ ਤੋਂ ਭੱਜ ਚੁੱਕੇ ਨੇ। ਧਰਮਸ਼ਾਲਾਂ ਦੀਆਂ ਰੋਟੀਆਂ 3 ਕੰਮ ਕਰੇਣ, ਮੱਤ ਮਾਰਨ, ਹੱਡ ਗਾਲਣ ਤੇ ਭਜਨ ਕਰਨਾ ਦੇਣ ਕਿ ਇਹਨਾਂ ਨੇ ਗੁਰੂ ਘਰ ਦਾ ਰਾਸ਼ਨ ਖਾ ਖਾ ਕੇ ਤੇ ਇਹਨਾਂ ਦੀ ਮੱਤ ਮਾਰੀ ਗਈ ਹੈ। ਜਿਹੜਾ ਹੁੰਦਾ ਪ੍ਰਧਾਨ ਵੀ ਹੈ ਜਿੱਥੇ ਜਾਂਦਾ, ਹੁਣ ਵੇਖੋ ਇਲੈਕਸ਼ਨ ਆਈ ਜਲੰਧਰ ਦੇ ਵਿੱਚ ਤੇ ਇਹ ਸਾਰਾ ਕੁੜਮਾ ਸਾਰਾ ਪਰਿਵਾਰ ਉੱਥੇ ਉਹਦੀ ਸਾਖ ਬਚਾਉਣ ਵਾਸਤੇ ਅਕਾਲੀ ਦਲ ਦੀ ਤੇ ਭੱਜੇ ਫਿਰਦੇ ਆ। ਉਹ ਇਹ ਮਹਾਰਾਜ ਕਹਿੰਦੇ ਆ ਕਿ ਕਿਸੇ ਨੂੰ ਜਿਤਾਉਂਦੇ ਜਿਤਾਉਂਦੇ 3 ਜਨਮ ਜੂਏ ਹਾਰਿਆ। ਇਹ ਨਾ ਉਹਨੂੰ ਜਿਤਾਉਂਦੇ ਜਿਤਾਉਂਦੇ ਆਪ ਉਹਦੇ ਨਿਗਾਹ 'ਚ ਹਾਰ ਨਾ ਜਾਇਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਦੀ ਨਿਗਾਹ 'ਚ ਹਾਰ ਨਾ ਜਾਇਓ। ਜਿਹੜਾ ਇਸ ਵੇਲੇ ਪ੍ਰਧਾਨ ਬਣਿਆ ਹੈ ਉਹ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਮੈਂ ਨਾ ਤਾਂ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ 'ਚੋਂ ਕੋਈ ਗੁਰੂ ਦੀ ਗੁੜਕ 'ਚੋਂ ਤੇਲ ਨਹੀਂ ਪਾਉਂਦਾ, ਚੰਗੀ ਗੱਲ ਹੈ ਤੇਰੇ ਵਾਸਤੇ, ਪਰ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਵਾ ਉਹਦੇ ਅਜੇ ਤੱਕ ਤੂੰ ਕੋਈ ਵੀ ਫੈਸਲਾ ਲਿਆ ਵਾ? 328 ਪਾਵਨ ਸਰੂਪਾਂ ਦੇ ਜਿਹੜੇ ਦੋਸ਼ੀ ਨੇ ਤੁਸੀਂ 2 ਦੋਸ਼ੀ ਬਚਾਏ ਨੇ, 2 ਦੋਸ਼ੀ ਨਹੀਂ ਕਈ ਦੋਸ਼ੀ ਸਨ। ਉਹਨਾਂ ਨੇ ਕਿਹਾ ਹੋਊਗਾ ਕਿ ਤੁਸੀਂ ਸਾਨੂੰ ਤਾਂ ਦੋਸ਼ੀ ਠਹਿਰਾ ਦਿੱਤਾ ਹੈ ਤੇ ਜਿਹੜੇ ਥੜਲੇ ਵੱਡੇ ਚੋਰ ਨੇ ਅਸੀਂ ਉਹਨਾਂ ਦਾ ਨਾਂ ਲਵਾਂਗੇ, ਫਿਰ ਤੁਸੀਂ ਉਹਨਾਂ ਨੂੰ ਬਚਾਉਣ ਵਾਸਤੇ ਜਿਹੜੀ FIR ਉਹਨਾਂ 'ਤੇ ਦਰਜ ਨਹੀਂ ਕਰਵਾਈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਜਥਾ ਸਿਰਲੱਥ ਵੱਲੋਂ ਅਤੇ ਹੋਰ ਗੁਰੂ ਦੇ ਸਿੱਖਾਂ ਵੱਲੋਂ ਜਿਹੜੀ FIR ਦਰਜ ਚਾਟੀਵਿੰਡ ਥਾਣੇ 'ਚ 66 ਨੰਬਰ ਤੇ ਬਾਦ ਸਿੰਘ ਵਿਅਕਤੀ ਦੁਸ਼ਟ ਦੇ ਉੱਤੇ ਹੋ ਗਈ ਹੈ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇਸ ਦੁਸ਼ਟ ਨੂੰ ਜਲਦ ਹੀ ਫੜ ਕੇ ਸਲਾਖਾਂ ਦੇ ਅੰਦਰ ਸੁੱਟਿਆ ਜਾਵੇ। ਆਖਰੀ ਸਵਾਲ ਵੱਲ ਜਾਵਾਂ ਕਿ ਜਦੋਂ ਤੁਸੀਂ ਘਰਾਂ ਦੇ ਵਿੱਚ ਜਾਂਦੇ ਹੋ ਬਗਿਆਦਾ ਉੱਥੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਂਦੇ ਹੋ, ਇੱਕ ਵੀਡੀਓ ਜ਼ਰੂਰ ਬਣਾਉਂਦੇ ਹੋ। ਉਹ ਵੀਡੀਓ ਜਦੋਂ ਤੁਸੀਂ ਜਨਤਕ ਕਰਦੇ ਹੋ ਥੱਲੇ ਕਮੈਂਟ ਆਉਂਦੇ ਆ ਇਹ ਲੋਕ ਗੁਰੂ ਦੇ ਨਾਲੋਂ ਲੋਕਾਂ ਨੂੰ ਤੋੜ ਰਹੇ। ਵੇਖੋ ਜੀ ਜਿਹੜਾ ਗੁਰੂ ਨਾਲ ਜੁੜ ਗਿਆ ਤੇ ਟੁੱਟਦਾ ਨਹੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਲੋਕ ਬੰਬੇ ਕੈਨੇਡਾ ਤੋਂ ਬਾਹਰਲੇ ਦੇਸ਼ਾਂ ਤੋਂ ਹਰਿਮੰਦਰ ਸਾਹਿਬ ਆਉਂਦੇ ਨੇ, ਉਹ ਕਹਿਣ ਕਿ ਸਾਨੂੰ ਹਰਿਮੰਦਰ ਸਾਹਿਬ ਬਹੁਤ ਦੂਰ ਪੈਂਦਾ ਅਸੀਂ ਉੱਥੇ ਬਣਾ ਲਈਏ। ਨਹੀਂ, ਗੁਰੂ ਕੋਲ ਚੱਲ ਕੇ ਜਾਣਾ ਚਾਹੀਦਾ ਹੈ। ਰਾਜਾ ਕੋਈ ਵੀ ਹੈ, ਭਾਵੇਂ ਜਿੰਨੇ ਵੀ ਰਾਜੇ ਹੋਏ ਨੇ, ਪਿਛਲਾ ਇਤਿਹਾਸ ਪੜ੍ਹ ਲਈਏ, ਉਹ ਆਪਣੇ ਮਹੱਲਾਂ ਦੇ ਵਿੱਚ ਰਹਿੰਦਾ ਸੀ। ਇੱਦਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਗੁਰਦੁਆਰਾ ਸਾਹਿਬ ਬਣੇ ਨੇ, ਕਈ ਤਾਂ ਬਿਲਕੁਲ ਘਰਾਂ ਦੇ ਨਾਲ ਗੁਰੂ ਘਰ ਨੇ ਤੇ ਉੱਥੇ ਜਾ ਕੇ ਨਮਸਕਾਰ ਕਰਨੀ ਜਾਂਦੇ ਤੇ ਘਰਾਂ 'ਚ ਪ੍ਰਕਾਸ਼ ਕੀਤੇ ਨੇ ਕਿ ਸਾਡਾ ਗੁਰੂ ਹੈ, ਕਿਉਂਕਿ ਇੱਥੇ ਭੇਟਾ ਸਿਰਫ ਆ 1600 ਰੁਪਈਆ। ਤੇ ਕਈ ਆ ਸਿਆਸੀ ਲੋਕਾਂ ਨੇ ਫੋਨ ਕਰਤਾ ਫਲਾਣੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਦਿਓ, ਸਾਡੇ ਆਪਣੇ ਬੰਦੇ ਨੇ, ਸਾਡੀਆਂ ਸਾਡੀਆਂ ਵੋਟਾਂ ਨੇ। ਕਾਰਨ ਇਹ ਬਣ ਗਿਆ ਵਾ ਜਦੋਂ ਪੂਰਨ ਤੌਰ 'ਤੇ ਪਾਬੰਦੀ ਲੱਗ ਜਾਵੇ। ਮੈਂ ਤੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਸਾਰੀਆਂ ਨੂੰ ਜਿੰਨੀਆਂ ਪੰਜਾਬ ਦੇ ਵਿੱਚ ਇਹ ਵੇਲੇ ਸੇਵਾਵਾਂ ਕਰ ਰਹੀਆਂ ਨੇ ਸਤਿਕਾਰਯੋਗ ਨੇ, ਪਰ ਅਜੇ ਤੱਕ ਇਹਨਾਂ ਨੂੰ ਤਰਸ ਨਹੀਂ ਆਇਆ ਮੇਰੇ ਹਿਸਾਬ ਨਾਲ, ਕਿਉਂਕਿ ਬੇਅਦਬੀਆਂ ਬਹੁਤ ਥਾਵਾਂ 'ਤੇ ਹੋ ਰਹੀਆਂ ਨੇ। ਕਿਵੇਂ ਹੋ ਰਹੀਆਂ ਨੇ ਅਜੇ ਤੱਕ ਕੋਈ ਗੁਰਮਤਾ ਨਹੀਂ ਕੀਤਾ ਗਿਆ, ਕੋਈ ਇੱਕ ਸਭਾ ਨਹੀਂ ਅਨੰਦਪੁਰ ਸਾਹਿਬ ਬੁਲਾਈ ਗਈ ਕਿ ਆਓ ਆਪਾਂ ਇਸ ਬੇਅਦਬੀਆਂ ਨੂੰ ਕਿਵੇਂ ਰੋਕੀਏ। ਇਹਦੇ ਸਰਕਾਰ ਦੋਸ਼ੀ ਨਹੀਂ, ਅਸੀਂ ਖੁਦ ਦੋਸ਼ੀ ਹਾਂ, ਅਸੀਂ ਖੁਦ ਦੋਸ਼ੀ ਹਾਂ। ਤੇ ਅਸੀਂ ਸੰਪਰਦਾਵਾਂ ਨੂੰ ਮੇਰੀ ਬੇਨਤੀ ਹੈ ਜਿੰਨੀਆਂ ਵੀ ਪੰਜਾਬ ਇਹ ਸੇਵਾਵਾਂ ਕਰ ਰਹੀਆਂ ਨੇ, ਇਹ ਕਿਉਂਕਿ ਘੱਲਿਆ ਕਲਗੀਧਰ ਪਾਤਸ਼ਾਹ ਨੇ ਇਹਨਾਂ ਨੂੰ ਉੱਥੇ ਹੀ ਪੰਜਾਬ ਦੀ ਧਰਤੀ ਜਾ ਕੇ ਸੇਵਾਵਾਂ ਕਰੋ। ਪਰ ਇਹ ਕੀ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਕਰਾਉਣ ਦੀ ਥਾਂ 'ਤੇ ਆਪਣੀਆਂ ਪੂਜਾ ਕਰਾਉਣ ਦੇ ਵਿੱਚ ਲੱਗੇ ਹੋਏ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਆਪਣੀ ਪੂਜਾ ਵੀ ਕਰਾਈ ਜਾਇਓ, ਪਰ ਗੁਰੂ ਗ੍ਰੰਥ ਸਾਹਿਬ ਕਰਕੇ ਸਾਡਾ ਸਤਿਕਾਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਪਹਿਲ ਦੇ ਆਧਾਰ 'ਤੇ ਆਪਾਂ ਸਾਰੇ ਹੀ ਇੱਕ ਪਲੇਟਫਾਰਮ 'ਤੇ ਕੋਈ ਗੁਰਮਤਾ ਕਰੀਏ, ਭਾਵੇਂ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਕਰੀਏ। ਇਹ ਕਰਨਾ ਚਾਹੀਦਾ ਹੈ ਕਿ ਜਿਹੜੀਆਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਪੂਰਨ ਤੌਰ 'ਤੇ ਬੰਦ ਹੋਣੀ ਚਾਹੀਦੀ ਹੈ। ਦੂਸਰਾ, ਜਿੱਦਾਂ ਜੀਵਨ ਸਿੰਘ ਚਤਰ ਸਿੰਘ ਵਰਗਿਆਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ। ਜਿਨ੍ਹਾਂ ਨੇ ਬੇਅਦਬੀਆਂ ਪਹਿਲਾਂ ਕੀਤੀਆਂ ਸਨ ਉਹਨਾਂ ਨੂੰ ਪਹਿਲੀਆਂ ਸਰਕਾਰਾਂ ਨੇ ਸਕਿਉਰਟੀਆਂ ਦਿੱਤੀਆਂ, ਤਾਂ ਕਰਕੇ ਲੋਕ ਬੇਅਦਬੀਆਂ ਕਰ ਰਹੇ ਨੇ। ਇੱਕ ਵਕੀਲ ਨੇ ਆਪਣੀ ਫਰਜ਼ ਸਮਝਦਿਆਂ ਹੋਇਆਂ ਪਿਸਤੌਲ ਤਾਣਿਆ ਹੈ ਤੇ ਪੁਲਿਸ ਵੱਲੋਂ ਉਹਦੇ ਉੱਤੇ FIR ਦਰਜ ਕਰ ਦਿੱਤੀ ਗਈ ਹੈ।
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੂੰ ਜਿਹੜੀ ਸਜ਼ਾ ਮਿਲੀ ਹੈ, ਮੇਰੀ ਬੇਨਤੀ ਹੈ ਕਿ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਬਿਆਨ ਸੀ ਕਿ ਇਹਦੀ ਗੁਰਮਤ ਜਿਹੜੀ ਰਸਮ ਹੈ ਗੁਰੂ ਗ੍ਰੰਥ ਸਾਹਿਬ ਵਾਲੀ ਕੋਈ ਕੀਤੀ ਨਾ ਜਾਵੇ। ਤੇ ਮੈਂ ਜਥੇਦਾਰ ਸਾਹਿਬ ਜੀ ਆਪ ਜੀ ਨੂੰ ਸਵਾਲ ਕਰਦਾ ਵਾਂ, ਆ ਜਿਹੜਾ ਥੋੜੇ ਦਿਨ ਹੋ ਗਏ ਜਿਹੜਾ ਕੱਲ ਭੋਗ ਪਿਆ ਬਾਦਲ, ਇਹ ਕੀ ਦੋਸ਼ੀ ਨਹੀਂ ਹੈ? ਇਹਨੇ ਸ਼ਰੇਆਮ ਸਿੱਖ ਕੌਮ ਦਾ ਘਾਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਵਾਈਆਂ ਕੀਤੀਆਂ ਨੇ, ਦੋਸ਼ੀਆਂ ਨੂੰ ਬਚਾਇਆ ਹੈ। ਨਰਕਧਾਰੀ ਜਿਹੜਾ ਕਾਂਡ ਵਾਪਰਿਆ ਸੀ ਉਹਨਾਂ ਨੂੰ ਉਸ ਸਮੇਂ ਇਹਨਾਂ ਦੀ ਸਰਕਾਰ ਸੀ, ਇਹਨਾਂ ਦੀ ਸ਼ਹਿ ਦੇ ਨਾਲ 13 ਸਿੰਘ ਸ਼ਹੀਦ ਹੋਏ ਸਨ। ਇਹਨਾਂ ਦੇ ਭੋਗ 'ਤੇ ਕਿਉਂ ਜਾ ਕੇ ਤੁਸੀਂ ਨਿਗਾਹ ਮਾਰਦੇ ਜੇ? ਇਹਨਾਂ ਦੇ ਭੋਗ 'ਤੇ ਵੀ ਨਹੀਂ ਤੁਹਾਨੂੰ ਜਾਣਾ ਚਾਹੀਦਾ। ਤੁਸੀਂ ਜਥੇਦਾਰ ਨਹੀਂ ਜੇ ਕੌਮ ਦੇ, ਤੁਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਬੱਚੇ ਜ਼ਰੂਰ ਪੁੱਛਣਗੇ, ਤੁਹਾਡੀ ਔਲਾਦ ਨੂੰ ਜ਼ਰੂਰ ਪੁੱਛਣਗੇ। ਨਹੀਂ ਤੇ ਆ ਜਿਹੜੀਆਂ ਸੀਟਾਂ 'ਤੇ ਤੁਸੀਂ ਬੈਠੇ ਜੇ ਬੜੀਆਂ ਸਤਿਕਾਰਯੋਗ ਸੀ, ਪਰ ਤੁਸੀਂ ਇਹਦਾ ਵੀ ਇਸ ਵੇਲੇ ਮਰਜ਼ਾਦਾ ਦੀ ਉਲੰਘਣਾ ਕਰ ਰਹੇ ਜੇ। ਮੇਰੀ ਸਿੱਖ ਕੌਮ ਨੂੰ ਬੇਨਤੀ ਹੈ, ਆਓ ਜੇਕਰ ਬੇਦਬੀਆਂ ਸਰਕਾਰਾਂ ਨਹੀਂ ਜੇ ਕਰਾ ਰਹੀਆਂ, ਇਹ ਬੇਦਬੀਆਂ ਖੁਦ ਅਸੀਂ ਆਪ ਕਰਵਾ ਰਹੇ। ਕਿਉਂ ਕਰਵਾ ਰਹੇ ਆ? ਕਿ ਥਾਂ ਥਾਂ 'ਤੇ ਗੁਰੂ ਘਰ ਬਣ ਗਏ ਨੇ। ਉਸ ਗੁਰੂ ਘਰਾਂ ਦੇ ਵਿੱਚ ਮੇਰੇ ਪਿੰਡ ਵੀ ਗੁਰੂ ਘਰ ਬੜੇ ਨੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਨੇਪਾਲ ਤੋਂ ਬਾਹਰਲੇ ਦੇਸ਼ਾਂ ਤੋਂ ਨਹੀਂ ਲੈ ਕੇ ਆਉਂਦੇ, ਇਹ ਸ੍ਰੀ ਅਕਾਲ ਤਖ਼ਤ ਸ਼੍ਰੋਮਣੀ ਕਮੇਟੀ ਵੱਲੋਂ ਜਾਂਦੇ ਨੇ। ਅਵਲ ਉੱਥੇ ਹੀ ਇੱਕ ਜਾਂ 2 ਗੁਰੂ ਘਰ ਚਾਹੀਦੇ ਨੇ ਇੱਕ ਪਿੰਡ ਵਿੱਚ। ਉੱਥੇ ਅੰਮ੍ਰਿਤ ਵੇਲੇ ਹੁਕਮਨਾਮੇ ਦੀ ਕਥਾ ਹੋਵੇ ਤੇ ਸ਼ਾਮਾਂ ਨੂੰ ਇਤਿਹਾਸ ਦੀ ਕਥਾ ਹੋਵੇ, ਤੇ ਕੀ ਹੋਵੇ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਦਿੱਤੀ ਜਾਵੇ, ਹੋਰ ਪਾਠੀ ਤਿਆਰ ਕੀਤੇ ਜਾਣ, ਹੋਰ ਗ੍ਰੰਥੀ ਤਿਆਰ ਕੀਤੇ ਜਾਣ, ਹੋਰ ਪ੍ਰਚਾਰਕ ਤਿਆਰ ਕੀਤੇ ਜਾਣ। ਇਹ ਬਿਲਕੁਲ ਸ਼੍ਰੋਮਣੀ ਕਮੇਟੀ ਨਾਕਾਮ ਹੋ ਗਈ ਹੈ। ਇਹ ਆਪਣੀਆਂ ਸਾਖਾਂ ਨੂੰ ਬਚਾਉਣ ਵਾਸਤੇ ਇਸ ਵੇਲੇ ਸਾਰਾ ਕੁੜਮਾ ਜਲੰਧਰ ਦੇ ਵਿੱਚ ਉਹਨਾਂ ਨੂੰ ਜਿਤਾਉਣ ਵਾਸਤੇ ਤੇ ਲੱਗੇ ਹੋਏ ਨੇ। ਪ੍ਰਧਾਨ ਦਾ ਕੀ ਕੰਮ ਉੱਥੇ? ਤੇ ਜਾ ਕੇ ਵੋਟਾਂ ਮੰਗਦਾ ਫਿਰ ਉੱਥੇ ਵੋਟਾਂ ਮੰਗਦਾ ਫਿਰਦਾ ਜਿਹੜਾ ਇਸ ਵੇਲੇ ਪ੍ਰਧਾਨ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹ ਸਨ ਭਾਈ ਬਲਬੀਰ ਸਿੰਘ ਜੀ ਮੁੱਛਲ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਕਿ ਜਿਹੜੀਆਂ ਘਰਾਂ ਦੇ ਵਿੱਚ ਜਿਹੜੀਆਂ ਬੇਦਬੀਆਂ ਹੋ ਰਹੀਆਂ ਸੀ ਲਗਾਤਾਰ, ਉਸ ਨੂੰ ਰੋਕਣ ਵਾਸਤੇ ਇਹ ਜਿਹੜਾ ਮੁੱਢਲਾ ਫਰਜ਼ ਸੀ ਇਹ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਮੈਂ ਇੱਕੋ ਸਵਾਲ, ਸਾਡੇ ਨਾਲ ਜੁੜੇ ਹਨ ਭੁਪਿੰਦਰ ਸਿੰਘ ਛੇਜੂ, ਮੈਂ ਇੱਕੋ ਹੀ ਸਵਾਲ ਇਹਨਾਂ ਨੂੰ ਕਰਨਾ ਕਿ ਜਿਹੜੀਆਂ ਘਰਾਂ ਦੇ ਵਿੱਚ ਬੇਦਬੀਆਂ ਇਹ ਕਿਵੇਂ ਰੋਕੇ? ਇੱਕੋ ਸਵਾਲ ਦਾ ਜਵਾਬ ਤੁਸੀਂ ਦੇਣਾ ਕਰੋ। ਦੇਖੋ, ਜਿਹੜੇ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਆ ਉਹ ਘਰਾਂ ਦੇ ਵਿੱਚ ਨਾ ਪ੍ਰਕਾਸ਼ ਕੀਤੇ ਜਾਣ। ਜੇ ਕਿਸੇ ਨੂੰ ਗੁਰੂ ਦਾ ਮਿਲਣ ਦਾ ਨਾਲ ਚਾਅ ਆ, ਗੁਰੂ ਤੋਂ ਮਿਲਦਾ, ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦਾ ਆ। ਘਰ ਤੇ ਵੇਖੋ ਇਹੋ ਜਿਹੀ ਮਰਿਆਦਾ ਕੋਈ ਬੰਦਾ ਬਹਾਲ ਨਹੀਂ ਕਰ ਸਕਦਾ। ਘਰ ਦੀ ਮਰਿਆਦਾ ਦੇ ਵਿੱਚ ਤੁਸੀਂ ਆਮ ਵੇਖਦੇ ਆ ਵੀ ਸਾਡੇ ਕੋਲ ਰੋਜ਼ ਹੀ ਕਈ ਨਾ ਕਈ ਗਲਤੀਆਂ ਹੁੰਦੀਆਂ ਨੇ। ਕੋਈ ਬੰਦਾ ਹੀ ਬਿਮਾਰ ਹੁੰਦਾ ਹੈ ਕਿਸੇ ਲਈ, ਉਹ ਆਪ ਨਹੀਂ ਇਸ਼ਨਾਨ ਕਰ ਸਕਦਾ ਤੇ ਉਹ ਗੁਰੂ ਸਾਹਿਬ ਦੀ ਸੇਵਾ ਕਿਸ ਤਰ੍ਹਾਂ ਕਰੇਗਾ? ਸੋ ਇਹ ਜਿਹੜਾ ਸ਼੍ਰੋਮਣੀ ਕਮੇਟੀ ਰੋਕ ਸਕਦੀ ਆ। ਤੇ ਸ਼੍ਰੋਮਣੀ ਕਮੇਟੀ ਇੱਕ ਪਾਸੇ ਕਹਿ ਦਿੰਦੀ ਵੀ ਸਤਿਕਾਰ ਕਮੇਟੀਆਂ ਗਲਤ ਕਰਦੀਆਂ, ਆਪ ਉਹ ਘਰੋਂ ਨਹੀਂ ਨਿਕਲਦੇ। ਤੇ ਅੱਜ ਤੱਕ ਦੱਸਣ ਮੈਨੂੰ ਸ਼੍ਰੋਮਣੀ ਕਮੇਟੀ ਵਾਲੇ ਵੀ ਕਿੱਥੇ ਬੇਅਦਬੀ ਤੇ ਉਹ ਗਏ ਆ। ਉਲਟਾ ਉਹ ਤੇ ਬੇਅਦਬੀ ਵਾਲਿਆਂ ਨੂੰ ਬਚਾਉਂਦੇ ਆ। ਤੇ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਛੋਟੀਆਂ ਵੱਡੀਆਂ ਜਥੇਬੰਦੀਆਂ ਤੇ ਸਤਿਕਾਰ ਕਮੇਟੀ ਕਰਦੀ ਆ, ਤੇ ਇਹਨਾਂ ਦਾ ਸਾਥ ਦੇਣ ਦੀ ਬਜਾਏ ਉਲਟਾ ਇਹਨਾਂ ਨੂੰ ਭੰਡਦੇ ਆ, ਆਪਣੀਆਂ ਗਲਤੀਆਂ ਲੁਕਾਉਂਦੇ ਆ। ਵੇਖੋ, ਜਦੋਂ ਵੀ ਕੋਈ ਬੰਦਾ, ਜਿਵੇਂ ਹੁਣ ਬਾਦਲਾਂ ਨੇ ਪਿੱਛੇ ਬੜਾ ਸਮਾਂ ਪਿੱਛੇ ਬੇਅਦਬੀ ਵਾਲਿਆਂ ਨੂੰ ਬਚਾਇਆ, ਇਹਦਾ ਮਤਲਬ ਵੀ ਬੇਅਦਬੀ ਕਰਨ ਵਾਲੇ ਉਹਨਾਂ ਦੀ ਨਜ਼ਰ 'ਚ ਸਹੀ ਸੀਗੇ, ਤਾਂ ਹੀ ਕੋਈ ਬੰਦਾ ਕਿਸੇ ਨੂੰ ਬਚਾਉਂਦਾ ਆ। ਸੋ ਉਹਨਾਂ ਨੂੰ ਕੋਈ ਗੁਰੂ ਦਾ ਦੁੱਖ ਨਹੀਂ ਗਾ, ਬੇਅਦਬੀਆਂ ਦਾ ਕੋਈ ਉਹਨਾਂ ਨੂੰ ਦੁੱਖ ਨਹੀਂ ਗਾ, ਤੇ ਉਹ ਆਪ ਹੀ ਬੇਅਦਬੀਆਂ ਕਰਾਉਂਦੇ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕੇ, ਤੇ ਉਹ ਆਪ ਹੀ ਬੇਅਦਬੀਆਂ ਦਾ ਕਾਰਨ ਬਣਦੇ ਨੇ। ਧੰਨਵਾਦ ਜੀ। ਇਹ ਸਨ ਭੁਪਿੰਦਰ ਸਿੰਘ ਛੇਜੂਨ ਔਰ ਭਾਈ ਬਲਬੀਰ ਸਿੰਘ ਮੁੱਛਲ ਦੀ ਸਾਡੇ ਨਾਲ ਗੱਲਬਾਤ ਕੀਤੀ ਕਿ ਇਹ ਜਿਹੜੀਆਂ ਬੇਅਦਬੀਆਂ ਕਿਵੇਂ ਰੋਕੀਆਂ ਜਾ ਸਕਣ। ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ। ਮੈਂ ਮਨਪ੍ਰੀਤ ਸਿੰਘ ਰਾਜ, ਧੰਨਵਾਦ।